ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈम्स। ਅੱਜ ਮਿਤੀ 26 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 1707 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ, ਜਿਨ੍ਹਾਂ ਚੋਂ 1465 ਸੈਂਪਲਾਂ ਦੀ ਰਿਪੋਰਟ ਸਾਨੂੰ ਪ੍ਰਾਪਤ ਹੋ ਚੁੱਕੀ ਹੈ। 1444 ਸੈਂਪਲ ਜਿਹੜੇ ਹੈਗੇ ਉਹਦੇ ਵਿੱਚੋਂ ਨੈਗੇਟਿਵ ਪਾਏ ਗਏ ਨੇ। 21 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 18 ਜ਼ਿਲ੍ਹਾ ਲੁਧਿਆਣਾ ਤੇ 3 ਬਾਹਰਲੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੇ। ਇਹ 21 ਪੇਸ਼ੈਂਟਾਂ ਵਿੱਚੋਂ ਹਾਲੇ ਤੱਕ 7 ਪੇਸ਼ੈਂਟ ਜਿਹੜੇ ਹੈਗੇ ਉਹ ਕਿਉਰਡ ਹੋ ਚੁੱਕੇ ਨੇ, 6 ਜਣਾਂ ਚੋਂ ਲੁਧਿਆਣੇ ਤੋਂ ਔਰ 1 ਬਾਹਰਲੇ ਜ਼ਿਲ੍ਹੇ ਦਾ ਪੇਸ਼ੈਂਟ ਸੀਗਾ। 5 ਪੇਸ਼ੈਂਟਾਂ ਦੀ ਹਾਲੇ ਤੱਕ ਡੈਥ ਹੋਈ ਹੈ, ਜਿਹਦੇ ਵਿੱਚੋਂ 4 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸੀਗੇ ਤੇ 1 ਕੇਸ ਜਿਹੜਾ ਹੈਗਾ ਬਾਹਰਲੇ ਜ਼ਿਲ੍ਹੇ ਦਾ ਸੀਗਾ। ਤਾਂ ਇਸ ਵੇਲੇ ਕੁੱਲ ਮਿਲਾ ਕੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਐਕਟਿਵ ਕੇਸ ਜਿਹੜੇ ਹੈਗੇ ਉਹ ਇਸ ਵੇਲੇ 9 ਹਨ, ਜਿਨ੍ਹਾਂ ਵਿੱਚੋਂ 8 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਤੇ 1 ਪੇਸ਼ੈਂਟ ਜਿਹੜਾ ਹੈਗਾ ਉਹ ਬਾਹਰਲੇ ਡਿਸਟ੍ਰਿਕਟ ਨਾਲ ਸੰਬੰਧਿਤ ਹੈ। ਜੇ ਆਪਾਂ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 1 ਪੇਸ਼ੈਂਟ ਜਿਹੜਾ ਹੈਗਾ ਉਹ ਪੋਜ਼ਿਟਿਵ ਡਿਕਲੇਅਰ ਹੋਇਆ ਹੈ, ਜੋ ਕਿ ਇੱਕ ਕੰਟੈਕਟ ਕੇਸ ਸੀਗਾ। ਸਾਡੇ ਆਫੀਸਰ ਸਾਹਿਬਾਨ ਜਿਹੜੇ ਸੀਗੇ, ਇੱਕ BDPO ਮੈਡਮ ਜਿਹੜੇ ਸੀਗੇ, ਉਹਨਾਂ ਦੇ ਹਸਬੈਂਡ ਹੈਗੇ, ਜੋ ਕਿ ਪਿਛਲੇ 24 ਘੰਟੇ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਤੇ ਜੇ ਆਪਾਂ ਇਲਾਜ ਕੀਤੇ ਹੋਏ ਪੇਸ਼ੈਂਟਾਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ 1 ਪੇਸ਼ੈਂਟ ਜਿਹੜਾ ਹੈਗਾ ਉਸ ਨੂੰ ਦੂਜਾ ਨੈਗੇਟਿਵ ਕੇਸ ਆਉਣ ਤੋਂ ਬਾਅਦ ਉਹਨਾਂ ਨੂੰ ਅਸੀਂ ਕਿਉਰਡ ਡਿਕਲੇਅਰ ਕਰਦੇ ਹੋਏ ਉਹਨਾਂ ਨੂੰ ਅੱਜ ਆਪਣੇ ਸਿਵਲ ਹਸਪੀਟਲ ਸਬ ਡਿਵੀਜ਼ਨਲ ਹਸਪੀਟਲ ਜਗਰਾਉਂ ਤੋਂ ਉਹਨਾਂ ਦੇ ਘਰੇ ਵਾਪਸ ਭੇਜਿਆ ਗਿਆ ਹੈ ਤੇ ਉਹਨਾਂ ਨੂੰ ਹੋਮ ਕੁਆਰੰਟਾਈਨ ਦੇ ਵਿੱਚ ਹੁਣ ਰੱਖਿਆ ਗਿਆ ਹੈਗਾ। ਤਾਂ ਜੇ ਆਪਾਂ ਵੇਖੀਏ ਤਾਂ ਲਗਾਤਾਰ ਕੇਸਿਸ ਜਿਹੜੇ ਹੈਗੇ ਉਹ ਕਿਉਰਡ ਕੇਸਿਸ ਜਿਹੜੇ ਹੈਗੇ ਉਹ ਵਧੇ ਜਾ ਰਹੇ ਨੇ, ਔਰ ਇਸ ਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਉਹ ਇਹੀ ਹੁੰਦਾ ਹੈ ਕਿ ਅਸੀਂ ਛੇਤੀ ਹੀ ਆਪਣੀ ਟੈਸਟਿੰਗ ਜਿਹੜੀ ਹੈਗੀ ਉਹ ਕਰਾ ਲਈ, ਸੈਂਪਲਿੰਗ ਕਰਾ ਲਈਏ, ਟੈਸਟਿੰਗ ਕਰਾ ਲਈਏ, ਔਰ ਜਿਵੇਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਕੋਈ ਕੇਸ ਪੋਜ਼ਿਟਿਵ ਹੈਗਾ ਤਾਂ ਉਸ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਨਾਲ ਚਾਲੂ ਕਰਾ ਲੈਣਾ ਚਾਹੀਦਾ ਤੇ ਆਈਸੋਲੇਸ਼ਨ ਦੇ ਵਿੱਚ ਆਪਣੇ ਆਪ ਨੂੰ ਰੱਖ ਲੈਣਾ ਚਾਹੀਦਾ, ਜਿਸ ਤਰ੍ਹਾਂ ਕਿ ਅੱਗੇ ਕੇਸ ਜਿਹੜੇ ਹੈਗੇ ਉਹ ਨਾ ਫੈਲਣ। ਇਸ ਤੋਂ ਇਲਾਵਾ ਡਿਸਟ੍ਰਿਕਟ ਲੁਧਿਆਣੇ ਤੋਂ ਬਾਹਰ ਜਿਹੜੇ ਡਿਸਟ੍ਰਿਕਟ ਲੁਧਿਆਣੇ ਦੇ ਵਾਸਿੰਦੇ ਜੋ ਕਿ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸਟੇਟ ਗਵਰਨਮੈਂਟ ਵੱਲੋਂ ਸਾਨੂੰ ਹਿਦਾਇਤਾਂ ਹੋਈਆਂ ਸੀਗੀਆਂ ਕਿ ਉਹ ਕਲੈਕਟ ਕੀਤੀਆਂ ਜਾਣ। ਉਹਦੇ ਵਾਸਤੇ ਅਸੀਂ ਇੱਕ ਔਨਲਾਈਨ ਫਾਰਮ ਜਿਹੜਾ ਹੈਗਾ ਉਹ ਲਾਂਚ ਕੀਤਾ ਹੈਗਾ। ਇਸ ਔਨਲਾਈਨ ਫਾਰਮ ਦੀ ਜਿਹੜੀ ਲਿੰਕ ਹੈਗੀ ਉਹ ਡਿਸਟ੍ਰਿਕਟ ਲੁਧਿਆਣਾ ਦੀ ਜਿਹੜੀ ਵੈਬਸਾਈਟ ਹੈਗੀ ludhiana.nic.in ਉਸ ਦੇ ਉੱਤੇ ਵੀ ਅਵੇਲੇਬਲ ਹੈ ਤੇ ਇਸ ਨੂੰ ਅਸੀਂ DPRO ਸਾਹਿਬ ਦੇ ਰਾਹੀਂ ਟਵਿੱਟਰ ਤੇ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਰਾਹੀਂ ਵੀ ਵਾਇਰਲ ਕੀਤਾ ਹੋਇਆ ਹੈ ਕਿ ਹਰ ਇੱਕ ਬੰਦਾ ਉਸ ਨੂੰ ਯੂਜ਼ ਕਰ ਸਕਦਾ ਹੈ ਔਰ ਉਸ ਦੇ ਉੱਤੇ ਆਪਣੀ ਡਿਟੇਲ ਜਿਹੜੀਆਂ ਹੈਗੀਆਂ ਉਹ ਭਰ ਸਕਦਾ ਹੈ। ਸਾਰੀ ਇਨਫੋਰਮੇਸ਼ਨ ਕਲੈਕਟ ਕਰਨ ਤੋਂ ਬਾਅਦ ਇਹ ਇਨਫੋਰਮੇਸ਼ਨ ਸਟੇਟ ਗਵਰਨਮੈਂਟ ਦੇ ਨਾਲ ਸ਼ੇਅਰ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਜਿਵੇਂ ਅਸੀਂ ਕੱਲ੍ਹ ਦੱਸਿਆ ਸੀਗਾ ਕਿ ਨਾਂਦੇੜ ਤੋਂ 2 ਬੱਸਾਂ ਦੇ ਰਾਹੀਂ ਲੁਧਿਆਣਾ ਦੇ ਵਸਨੀਕ ਜਿਹੜੇ ਹੈਗੇ ਉਹ ਆ ਰਹੇ ਨੇ। ਅੱਜ ਉਹ ਸਵੇਰੇ ਸਾਰੇ ਵਸਨੀਕ ਜਿਹੜੇ ਸੀਗੇ ਇੱਥੇ ਪਹੁੰਚ ਗਏ ਸੀਗੇ। ਅਸੀਂ ਉਹਨਾਂ ਦਾ ਪ੍ਰੋਪਰਲੀ ਉਹਨਾਂ ਨੂੰ ਇੱਥੇ ਰਿਸੀਵ ਕਰਕੇ ਉਹਨਾਂ ਦਾ ਹੈਲਥ ਸਕਰੀਨਿੰਗ ਕਰਾਉਣ ਤੋਂ ਬਾਅਦ ਸਾਰੇ ਕੇ ਸਾਰੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਹੋਮ ਕੁਆਰੰਟਾਈਨ ਜਿਹੜਾ ਹੈਗਾ ਕਰ ਦਿੱਤਾ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹਾਂਗਾ ਕਿ ਕਈ ਦਫਾ ਲੋਕਾਂ ਨੂੰ ਇਹ ਕਨਫਿਊਜ਼ਨ ਹੁੰਦਾ ਹੈ ਕਿ ਬਾਹਰਲੇ ਪਾਸਿਓਂ ਕੋਈ ਵੀ ਬੰਦਾ ਆ ਰਿਹਾ ਹੈਗਾ ਤਾਂ ਉਹਦੇ ਬਿਮਾਰ ਹੋਣ ਦੇ ਚਾਂਸਸ ਹੈਗੇ। ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਹਰ ਇੱਕ ਬੰਦੇ ਨੂੰ ਪ੍ਰੋਪਰਲੀ ਜਿੱਥੋਂ ਭੇਜਿਆ ਜਾਂਦਾ ਹੈ ਉੱਥੇ ਵੀ ਤੇ ਜਿੱਥੇ ਉਹ ਬੰਦਾ ਪਹੁੰਚਦਾ ਹੈ ਉੱਥੇ ਦੋਨੋਂ ਥਾਵਾਂ 'ਤੇ ਉਸਦੀ ਪ੍ਰੋਪਰ ਸਕਰੀਨਿੰਗ ਜਿਹੜੀ ਹੈਗੀ ਉਹ ਕੀਤੀ ਜਾਂਦੀ ਹੈ। ਤਾਂ ਜਦ ਇਹ ਸਕਰੀਨਿੰਗ ਕਰ ਲਈ ਜਾਂਦੀ ਹੈ, ਜਦ ਹੈਲਥ ਡਿਪਾਰਟਮੈਂਟ ਬਿਲਕੁਲ ਸੈਟਿਸਫਾਈ ਹੁੰਦਾ ਹੈ ਉਹਨਾਂ ਦੀ ਤਬੀਅਤ ਨਾਲ, ਤਾਂ ਹੀ ਉਹਨਾਂ ਬੰਦਿਆਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਂਦਾ ਹੈ। ਜਾਂ ਅਦਰਵਾਈਜ਼ ਜੇ ਕੋਈ ਸਸਪੈਕਟਡ ਕੇਸ ਹੁੰਦਾ ਹੈ ਜਾਂ ਕਿਸੇ ਕੇਸ ਦੇ ਵਿੱਚ ਸੈਂਪਲਿੰਗ ਕਰਨ ਦੀ ਲੋੜ ਹੁੰਦੀ ਹੈ ਤਾਂ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਸ ਮੁਤਾਬਕ ਹੈਲਥ ਪ੍ਰੋਟੋਕੋਲ ਦੇ ਮੁਤਾਬਿਕ ਅੱਗੇ ਕੰਮ ਕਰਦਾ ਹੈ। ਤਾਂ ਇਹ ਸਾਰੇ ਬੰਦੇ ਜਿਹੜੇ ਵੀ ਆਏ ਨੇ ਉਹ ਸਾਰੇ ਬੰਦੇ ਪ੍ਰਾਇਮਰੀ ਸਕਰੀਨਿੰਗ ਦੇ ਵਿੱਚ ਬਿਲਕੁਲ ਠੀਕ ਪਾਏ ਗਏ ਨੇ। ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਹੋਮ ਕੁਆਰੰਟਾਈਨ ਕਰਕੇ ਰੱਖਿਆ ਗਿਆ ਹੈ। ਤਾਂ ਇਸ ਕਰਕੇ ਆਲੇ ਦੁਆਲੇ ਦੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈਗੀ। ਇਸ ਤੋਂ ਇਲਾਵਾ ਕੋਟਾ ਤੋਂ ਵੀ ਕੁਝ ਬੱਚੇ ਜਿਹੜੇ ਹੈਗੇ ਜਿਹੜੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸੀਗੇ, ਜਿਹੜੇ ਕੋਟਾ 'ਚ ਪੜ੍ਹ ਰਹੇ ਸੀਗੇ, ਉਹਨਾਂ ਵਿੱਚੋਂ ਵੀ ਕੁਝ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਸਰਕਾਰ ਨੇ ਵਾਪਸ ਲਾਉਣ ਦਾ ਫੈਸਲਾ ਲਿਆ ਹੈਗਾ। ਕੁਝ ਬੱਚੇ ਜਿਹੜੇ ਹੈਗੇ ਕੱਲ੍ਹ ਸਵੇਰੇ ਸਾਡੇ ਕੋਲ ਪਹੁੰਚਣਗੇ। ਅਸੀਂ ਉਹਨਾਂ ਦੀ ਵੀ ਇਹੀ ਸੇਮ ਹੈਲਥ ਪ੍ਰੋਟੋਕੋਲ ਦੇ ਮੁਤਾਬਿਕ ਉਹਨਾਂ ਦੀ ਪ੍ਰੋਪਰ ਸਕਰੀਨਿੰਗ ਕਰਨ ਤੋਂ ਬਾਅਦ ਜੇ ਬੱਚਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿੰਪਟਮ ਨਹੀਂ ਹੈਗਾ, ਕੋਈ ਸਸਪੈਕਟਡ ਕੇਸ ਨਹੀਂ ਹੈਗਾ, ਤਾਂ ਉਹਨਾਂ ਦੀ ਸਕਰੀਨਿੰਗ ਕਰਨ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਦੇਵਾਂਗੇ। ਇਸ ਤੋਂ ਇਲਾਵਾ ਅੱਜ ਕੁਝ ਕੁਐਰੀਆਂ ਜਿਹੜੀਆਂ ਹੈਗੀਆਂ ਇੰਡਸਟਰੀਜ਼ ਵੱਲੋਂ ਪੁੱਛੀਆਂ ਜਾ ਰਹੀਆਂ ਸੀਗੀਆਂ ਕਿ ਗਵਰਨਮੈਂਟ ਆਫ ਪੰਜਾਬ ਵੱਲੋਂ ਇੱਕ ਇੰਡਸਟਰੀਆਂ ਨੂੰ ਚਲਾਉਣ ਦੇ ਵਾਸਤੇ ਇੱਕ ਪ੍ਰੋਪਰ ਐਡਵਾਈਜ਼ਰੀ ਜਿਹੜੀ ਹੈਗੀ ਉਹ ਜਾਰੀ ਕੀਤੀ ਗਈ ਹੈ। ਉਹਦੇ ਵਿੱਚ ਇੱਕ ਪੁਆਇੰਟ 19 ਹੈਗਾ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ, ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਪ੍ਰਾਈਵੇਟ ਟਰਾਂਸਪੋਰਟ ਜਿਹੜਾ ਹੈਗਾ ਉਹ ਵਰਕਰਸ ਵਰਤਣ।
ਇਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ देयर आर 2 टाइप ऑफ वर्कर्स। ਇੱਕ ਇੰਡਸਟਰੀ ਦੇ ਵਿੱਚ ਜਨਰਲੀ 2 ਟਾਈਪ ਦੇ ਵਰਕਰ ਜਿਹੜੇ ਹੁੰਦੇ ਨੇ ਉਹ ਪਾਏ ਜਾਂਦੇ ਨੇ। ਇੱਕ ਵਰਕਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਾਡੀ ਮੈਨੇਜਮੈਂਟ ਵਗੈਰਾ ਦੇ ਨਾਲ ਸੰਬੰਧਿਤ ਹੁੰਦੇ ਆ, ਜਿਹੜੇ ਕਿ ਪ੍ਰੋਪਰਲੀ 4 ਵੀਲਰ ਵਹੀਕਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਵਰਤਦੇ ਨੇ। ਉਹਦੇ ਵਾਸਤੇ ਗਵਰਨਮੈਂਟ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਕੋਈ ਵੀ ਬੰਦਾ ਕਾਰ ਪੂਲਿੰਗ ਵਗੈਰਾ ਜਿਹੜੀ ਚੀਜ਼ ਹੈਗੀ ਨਾ ਕਰੇ, ਆਪਣੀ ਹੀ ਗੱਡੀਆਂ ਦੇ ਵਿੱਚ ਉਹ ਜਿਹੜੇ ਮੈਨੇਜਮੈਂਟ ਵਾਲੇ ਬੰਦੇ ਹੈਗੇ ਉਹ ਆਉਣ। ਔਰ ਜੇ ਬਹੁਤ ਜ਼ਿਆਦਾ ਲੋਡ ਹੋਵੇ ਤਾਂ ਮੈਕਸਿਮਮ ਇੱਕ ਗਾੜੀ ਦੇ ਵਿੱਚ 2 ਬੰਦੇ ਜਿਹੜੇ ਹੈਗੇ ਉਹ ਆ ਸਕਦੇ ਨੇ। ਜਿੱਥੇ ਤੱਕ ਲੇਬਰ ਵਗੈਰਾ ਦਾ ਸਵਾਲ ਹੈਗਾ, ਵਰਕਰਸ ਵਗੈਰਾ ਦਾ ਸਵਾਲ ਹੈਗਾ, ਜਿਹੜਾ ਕਿ ਜਨਰਲੀ ਜਾਂ ਤਾਂ ਬੱਸਾਂ ਦੇ ਰਾਹੀਂ ਜਾਂ ਸਾਈਕਲ ਦੇ ਰਾਹੀਂ ਜਾਂ ਆਪਣੇ ਸਕੂਟਰਾਂ ਵਗੈਰਾ ਦੇ ਰਾਹੀਂ ਹੁੰਦੇ ਨੇ, ਉਹਨਾਂ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਜਿਹੜੀ ਹੈਗੀ ਉਹ ਅਲਾਉ ਨਹੀਂ ਕੀਤੀ ਜਾਵੇਗੀ। ਉਹਨਾਂ ਦੇ ਵਾਸਤੇ ਇੰਡਸਟਰੀ ਵੱਲੋਂ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਕੀਤੀ ਜਾਣੀ ਹੈ, ਜਿਹੜੀ ਕਿ ਜਿਸ ਦੀ ਮੈਕਸਿਮਮ ਕੈਪੈਸਿਟੀ ਜਿਹੜੀ ਹੈਗੀ ਉਹ 30 to 40% ਹੋ ਸਕਦੀ ਹੈ, ਜਿਸ ਤੋਂ ਕਿ ਉਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਸਕਣ। ਤਾਂ ਮੈਂ ਇੱਕ ਵਾਰ ਦੁਬਾਰਾ ਕਲੀਅਰ ਕਰਨਾ ਚਾਹਾਂਗਾ ਕਿ 2 ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਇੰਡਸਟਰੀ ਦੇ ਵਿੱਚ ਹੁੰਦੇ ਆ, ਉਹਨਾਂ ਦੋਨਾਂ ਦੇ ਵਾਸਤੇ ਵੱਖ-ਵੱਖ ਇੰਸਟਰਕਸ਼ਨਸ ਹੈਗੀਆਂ। ਇੱਕ ਜਿਹੜਾ ਇੰਡਸਟਰੀ ਦੇ ਵਿੱਚ ਲੇਬਰ ਕੰਮ ਕਰਦੀ ਹੈਗੀ ਉਹਦੇ ਵਾਸਤੇ ਇੰਡਸਟਰੀ ਵੱਲੋਂ ਜਾਂ ਤਾਂ ਹੋਮ ਕੁਆਰੰਟੀਨ ਇੰਡਸਟਰੀਅਲ ਕੁਆਰੰਟੀਨ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇਗੀ, ਜਾਂ ਫਿਰ ਉਹਨਾਂ ਦੇ ਵਾਸਤੇ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਕੀਤੀ ਜਾਵੇਗੀ। ਜਿੱਥੇ ਤੱਕ ਮੈਨੇਜਮੈਂਟ ਵਗੈਰਾ ਦਾ ਸਵਾਲ ਹੈਗਾ, ਉਹਨਾਂ ਨੂੰ ਆਪਣੀ ਗੱਡੀਆਂ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਵਰਤਣੀਆਂ ਹੈਗੀਆਂ ਕਿ ਇੱਕ ਗੱਡੀ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆਪਾਂ ਕਿ ਇੱਕ ਹੀ ਬੰਦਾ ਹੋਵੇ, ਔਰ ਜੇ ਬਹੁਤ ਜ਼ਿਆਦਾ ਮਜਬੂਰੀ ਹੋਵੇ ਤਾਂ 2 ਬੰਦੇ ਜਿਹੜੇ ਹੈਗੇ ਇੱਕ ਗੱਡੀ ਦੇ ਵਿੱਚ ਹੋ ਸਕਦੇ।